ਐਪੀਸੋਡ 1 ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਕਰੋਨਾ ਇਸ ਬਿਮਾਰੀ ਦੀ ਜੜ ਚੀਨ ਦੇ ਵੂਹਾਨ ਸ਼ਹਿਰ ਦੀ ਜਾਨਵਰ ਮੰਡੀ ਨੂੰ ਕਿਹਾ ਜਾਂਦਾ ਹੈ, ਜਿੱਥੇ ਹਰ ਰੋਜ਼ ਹੀ ਤਰ੍ਹਾਂ-ਤਰ੍ਹਾਂ ਦੇ ਲੱਖਾਂ ਜਾਨਵਰ ਮਰੇ ਹੋਏ ਹੀ ਨਹੀਂ, ਜ਼ਿੰਦਾ ਵੀ ਖਰੀਦੇ ਵੇਚੇ ਜਾਂਦੇ ਹਨ, ਜਿਨ੍ਹਾਂ ਨੂੰ ਪਕਾ ਕੇ ਜਾਂ ਕੱਚਾ ਹੀ ਖਾ ਲਿਆ ਜਾਂਦਾ ਹੈ। ਇੱਥੇ ਮੁਰਗੇ, ਮੱਛੀ ਜਾਂ ਭੇਡ ਬੱਕਰੀਆਂ ਦਾ ਮੀਟ ਹੀ ਨਹੀਂ ਮਿਲਦਾ, ਬਲਕਿ ਹਰ ਤਰ੍ਹਾਂ ਦੇ ਜਾਨਵਰ ਜਿਵੇਂ ਸੂਰ, ਗਾਵਾਂ, ਮੱਝਾਂ, ਲੋਮੜੀਆਂ, ਕੁੱਤੇ, ਮੋਰ, ਭੇੜੀਏ ਦੇ ਬੱਚੇ, ਬਤਖਾਂ, ਖਰਗੋਸ਼, ਚੂਜ਼ੇ, ਹਿਰਨ, ਸੱਪ, ਮਗਰਮੱਛ, ਬਿੱਛੂ, ਕੇਕੜੇ, ਊਠ, ਘੜਿਆਲ, ਗਧੇ, ਘੋੜੇ, ਇੱਲਾਂ ਅਤੇ ਚਮਗਿੱਦੜਾਂ ਦਾ ਮੀਟ ਵੀ ਵੇਚਿਆ ਜਾਂਦਾ ਹੈ। ਖੌਰੇ ਬੰਦੇ ਨੂੰ ਵੀ ਨਾ ਵੇਚ ਦਿੰਦੇ ਹੋਣ। ਇਹ ਬੰਦੇ ਇੰਨੇ ਨਿਰਦਈ ਹਨ ਜੋ ਜਾਨਵਰਾਂ ਤੋਂ ਵੀ ਅਗਾਂਹ ਲੰਘ ਗਏ ਹਨ। ਜਿੱਥੇ ਇਹ ਸਭ ਕੁਝ ਹੁੰਦਾ ਹੋਵੇ, ਉੱਥੇ ਗੰਦਗੀ ਅਤੇ ਬਦਬੂ ਦਾ ਹੀ ਠਿਕਾਣਾ ਨਹੀਂ। ਕੱਟਿਆ ਵੱਢਿਆ ਮਾਸ ਖਿਲਰਿਆ ਹੋਵੇ ਤਾਂ ਬਿਮਾਰੀ ਦੇ ਜਰਾਸੀਮ ਤਾਂ ਪੈਦਾ ਹੋਣਗੇ ਹੀ। ਉਹ ਜਰਾਸੀਮਾਂ ਨੂੰ ਹੀ ਨਾਮ ਦਿੱਤਾ ਗਿਆ ਹੈ ਕਰੋਨਾ। ਕਰੋਨਾ ਦਾ ਆਖਰੀ ਅਰਥ ਹੁੰਦਾ ਹੈ ਤਾਜ, ਕਰਾਊਨ। ਸਾਇੰਸਦਾਨ ਕਹਿੰਦੇ ਹਨ ਕਿ ਜਦੋਂ ਮਾਈਕਰੋਸਕੋਪ ਨਾਲ ਇਹਨਾਂ ਨੂੰ ਵੇਖਦੇ ਹਾਂ ਤਾਂ ਤਾਜ ਵਰਗਾ ਆਕਾਰ ਹੁੰਦਾ ਹੈ। ਲਓ ਜੀ, ਹੁਣ ਜਿਸ ਬਿਮਾਰੀ ਨੇ ਤਾਜ ਪਹਿਨਿਆ ਹੋਵੇ ਉਹਨੇ ਤਾਂ ਪੂਰੇ ਵਿਸ਼ਵ 'ਤੇ ਰਾਜ ਕਰਨਾ ਹੀ ਹੈ। ਭੁਗਤੋ ਹੁਣ। ਦੋਸਤੋ, ਇਹ ਧਰਤੀ ਸਿਰਫ ਇਨਸਾਨਾਂ ਲਈ ਹੀ ਨਹੀਂ ਬਣੀ। ਇਸ ਉੱਤੇ ਜਾਨਵਰਾਂ ਦਾ ਵੀ ਬਰਾਬਰ ਦਾ ਪੂਰਾ ਹੱਕ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਅਤੇ ਇਹ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ। ਕੁਦਰਤ ਦੇ ਨੇਮ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ। ਇਹ ਦੱਸੋ ਕਿ ਆਲੂ, ਪਿਆਜ਼ ਅਤੇ ਹੋਰ ਸਬਜ਼ੀਆਂ ਮੁੱਕ ਗਈਆਂ ਹਨ ਜੋ ਸਾਨੂੰ ਗਧੇ ਘੋੜੇ ਤੱਕ ਖਾਣੇ ਪੈਣ? ਜੇ ਹੁਣ ਇਹ ਸਭ ਖਾਵਾਂਗੇ ਤਾਂ ਫਿਰ ਪਸ਼ੂ ਬਿਰਤੀ ਵੀ ਪ੍ਰਵੇਸ਼ ਕਰੇਗੀ ਹੀ। 30 ਦਸੰਬਰ 2019 ਨੂੰ ਚੀਨ ਦੇ ਡਾਕਟਰ ਲੀ ਵੇਨਲਿਆਂਗ ਨੇ ਵੀਚੈਟ 'ਤੇ ਪਹਿਲੀ ਵਾਰ ਇਸ ਬਿਮਾਰੀ ਦੀ ਭਿਆਨਕਤਾ ਦਾ ਖੁਲਾਸਾ ਕੀਤਾ ਸੀ। ਇਹ ਖਬਰ ਹਰ ਥਾਂ 'ਤੇ ਵਾਇਰਲ ਹੋ ਗਈ ਅਤੇ ਸੱਚੀ ਅਫਵਾਹ ਨੂੰ ਫੈਲਾਉਣ ਦੇ ਜੁਰਮ ਵਿੱਚ ਡਾਕਟਰ ਲੀ ਨੂੰ ਜਨਤਕ ਮੁਆਫ਼ੀ ਮੰਗਣ ਲਈ ਮਜਬੂਰ ਕੀਤਾ ਗਿਆ। ਇਸ ਦੇ ਬਾਵਜੂਦ ਡਾਕਟਰ ਲੀ ਲਗਾਤਾਰ ਇਸ ਬਿਮਾਰੀ ਨਾਲ ਪੀੜਤ ਲੋਕਾਂ ਦਾ ਇਲਾਜ ਕਰਦੇ ਕਰਦੇ ਖੁਦ ਵੀ ਇਸ ਨਾਮੁਰਾਦ ਬਿਮਾਰੀ ਦਾ 7 ਫਰਵਰੀ 2020 ਨੂੰ ਸ਼ਿਕਾਰ ਹੋ ਗਏ। ਉਸ ਵਕਤ ਉਹਨਾਂ ਦੀ ਉਮਰ ਕੇਵਲ 34 ਸਾਲ ਸੀ। ਇਸ ਵੇਲੇ ਦੁਨੀਆ ਭਰ ਦੇ 192 ਮੁਲਕਾਂ ਵਿੱਚ ਡਾਕਟਰਾਂ ਅਤੇ ਨਰਸਾਂ ਵੱਲੋਂ ਦਿਨ ਰਾਤ ਇਸ ਬਿਮਾਰੀ ਦੇ ਖਿਲਾਫ ਜੰਗ ਛੇੜੀ ਗਈ ਹੈ। ਕੁਝ ਡਾਕਟਰ ਅਤੇ ਸਿਹਤ ਕਰਮੀ ਵੀ ਆਪਣੀ ਜਾਨ ਗਵਾ ਚੁੱਕੇ ਹਨ। ਅੱਗੇ ਕੀ ਹੁੰਦਾ ਹੈ, ਕਿਸ ਰੂਪ ਵਿੱਚ ਇਸ ਸੰਸਾਰ ਨੂੰ ਜਕੜਦੀ ਹੈ ਇਹ ਬਿਮਾਰੀ, ਇਹ ਤਾਂ ਸਮਾਂ ਹੀ ਦੱਸੇਗਾ। ਸਾਡੀ ਭਾਸ਼ਾ ਵਿੱਚ ਇੱਕ ਨਵਾਂ ਸ਼ਬਦ ਆ ਗਿਆ ਹੈ, ਕਰੋਨਾ। ਬੜਾ ਭੈੜਾ ਸ਼ਬਦ ਹੈ। ਚੀਨ ਤੋਂ ਆਇਆ ਹੈ, ਬਹੁਤ ਦੁੱਖ ਲੈ ਕੇ ਆਇਆ ਹੈ। ਪੂਰੇ ਸੰਸਾਰ ਨੂੰ ਲੋਕਡਾਊਨ ਕਰ ਦਿੱਤਾ ਗਿਆ ਹੈ। ਦਸੰਬਰ 2019 ਵਿੱਚ ਚੀਨ ਦੇ ਸ਼ਹਿਰ ਵੂਹਾਨ ਤੋਂ ਇਸ ਵਾਇਰਸ ਵਾਲੀ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ ਅਤੇ ਕੁਝ ਹੀ ਦਿਨਾਂ ਵਿੱਚ ਚੀਨ ਦੇ ਹੁਆਂਬਈ ਸੂਬੇ ਵਿੱਚ ਜਨਜੀਵਨ ਰੋਕ ਦਿੱਤਾ ਹੈ। ਸਾਰੇ ਭੈਭੀਤ ਹੋ ਜਾਂਦੇ ਹਨ। ਖੰਘ, ਬੁਖਾਰ, ਗਲ ਘੋਟੂ ਅਤੇ ਸਾਹ ਦੀ ਤਕਲੀਫ ਨਾਲ ਜਾਨਲੇਵਾ ਰੋਗ ਪੈਦਾ ਹੋ ਜਾਂਦਾ ਹੈ। ਇੱਕ ਦੂਜੇ ਤੋਂ ਹੋਣ ਵਾਲੀ ਬਿਮਾਰੀ ਸਾਰੇ ਪ੍ਰਾਂਤ ਨੂੰ ਲਪੇਟ ਲੈਂਦੀ ਹੈ, ਫਿਰ ਪੂਰੇ ਮੁਲਕ ਨੂੰ ਚਿੰਬੜ ਜਾਂਦੀ ਹੈ। ਉਦੋਂ ਤੱਕ ਅਸੀਂ ਸਾਰੇ ਥੋੜ੍ਹੀ ਤਸੱਲੀ 'ਚ ਹਾਂ ਕਿ ਇਹ ਸਿਰਫ ਚੀਨ ਦੀ ਹੀ ਸਮੱਸਿਆ ਹੈ। ਉੱਥੋਂ ਦੇ ਲੋਕ ਸਭ ਕੁਝ ਖਾ ਜਾਂਦੇ ਹਨ, ਸੱਪ ਅਤੇ ਕੀੜੇ ਮਕੌੜੇ ਵੀ। ਇਹੀ ਖਬਰਾਂ ਆਈਆਂ ਕਿ ਇਹ ਬਿਮਾਰੀ ਜਾਨਵਰਾਂ ਤੋਂ ਆਈ ਹੈ, ਪਰ ਮੈਂ ਸੋਚਦਾ ਹਾਂ ਕਿ ਫਿਰ ਜਾਨਵਰ ਕਿਉਂ ਨਹੀਂ ਮਰ ਰਹੇ? ਕੀ ਇਹ ਬਿਮਾਰੀ ਇਨਸਾਨਾਂ ਦੀ ਕਾਢ ਨਹੀਂ ਹੈ? ਹੌਲੀ-ਹੌਲੀ ਚੀਨੀ ਲੋਕ ਮਰਨ ਲੱਗ ਪਏ। ਹਸਪਤਾਲ ਭਰ ਗਏ। ਆਰਜੀ ਹਸਪਤਾਲ ਬਣਾਉਣੇ ਪਏ। ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ। ਚੀਨ ਤੋਂ ਹਰ ਰੋਜ਼ ਬੁਰੀਆਂ ਖਬਰਾਂ ਆਉਣ ਲੱਗੀਆਂ। ਉਦੋਂ ਉੱਥੋਂ ਦੇ ਕਾਰਖਾਨੇ ਬੰਦ ਹੋ ਗਏ। ਹਵਾਈ ਉਡਾਨਾਂ ਤੱਕ ਰੋਕ ਲੱਗ ਗਈ। ਹਰ ਰੋਜ਼ ਕਰੋਨਾ ਪੀੜਤਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਵੂਹਾਨ ਦੀ ਪਸ਼ੂ ਮੰਡੀ ਤੋਂ ਪਸ਼ੂਆਂ ਰਾਹੀਂ ਵਾਇਰਸ ਆਇਆ ਹੈ ਅਤੇ ਉੱਥੋਂ ਦੇ ਇੱਕ ਵਪਾਰੀ ਵਿੱਚ ਇਸ ਦੀਆਂ ਅਲਾਮਤਾਂ ਪਹਿਲਾਂ ਨਜ਼ਰ ਆਈਆਂ ਸਨ। ਫਿਰ ਮੌਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਹ ਮਹਾਮਾਰੀ ਦੀ ਸ਼ਕਲ ਇਖਤਿਆਰ ਕਰ ਗਿਆ। ਲੋਕਾਂ ਨੂੰ ਘਰਾਂ ਵਿੱਚ ਡੱਕ ਦਿੱਤਾ ਗਿਆ। ਮੂੰਹ 'ਤੇ ਨਕਾਬ ਲਗਾ ਕੇ ਰੱਖਣ ਦੀ ਹਦਾਇਤ ਦਿੱਤੀ ਗਈ। ਸੰਨਾਟਾ ਛਾ ਗਿਆ।
ਕੁਝ ਮੁਲਕਾਂ ਨੇ ਸੋਚਿਆ ਕਿ ਹੁਣ ਚੀਨ ਡੁੱਬ ਜਾਵੇਗਾ, ਉੱਥੇ ਵਪਾਰ ਮੁੱਕ ਜਾਵੇਗਾ ਅਤੇ ਹੋਰਨਾਂ ਮੁਲਕਾਂ ਵਿੱਚ ਕਾਰੋਬਾਰ ਵਧੇਗਾ। ਫਰਵਰੀ ਵਿੱਚ ਕਰੋਨਾ ਨੇ ਯੂਰੋਪੀਅਨ ਮੁਲਕਾਂ ਵਿੱਚ ਦਸਤਕ ਦਿੱਤੀ। ਲੱਗਦਾ ਸੀ ਕਿ ਯੂਰਪ ਬਹੁਤ ਸਾਫ਼ ਸੁਥਰਾ ਹੈ, ਉੱਥੇ ਕਰੋਨਾ ਨਹੀਂ ਫੈਲੇਗਾ, ਪਰ ਇਟਲੀ ਦੇ ਆਂਕੜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮਿਲਾਨ ਦੇ ਕੋਲ ਲੋਮਬਾਰਡੀ ਦੇ ਪਿੰਡ ਵਿੱਚ ਕਰੋਨਾ ਦੀਆਂ ਝਲਕੀਆਂ ਨਜ਼ਰ ਆਉਣ ਲੱਗੀਆਂ ਅਤੇ ਬੜੀ ਤੇਜ਼ੀ ਨਾਲ ਉਸ ਇਲਾਕੇ ਵਿੱਚ ਮਾਰ ਸ਼ੁਰੂ ਹੋ ਗਈ। ਪਹਿਲੀਆਂ ਮੌਤਾਂ ਵੱਡੀ ਉਮਰ ਦੇ ਲੋਕਾਂ ਦੀਆਂ ਹੋ ਰਹੀਆਂ ਸਨ, 70 ਸਾਲ ਤੋਂ ਉੱਪਰ। ਕਹਿੰਦੇ ਇਟਲੀ ਦੇ ਥੋੜ੍ਹੀ ਦੇਰ ਕਰ ਦਿੱਤੀ ਸਭ ਕੁਝ ਕਾਬੂ ਕਰਨ ਵਿੱਚ। ਨਤੀਜੇ ਵਜੋਂ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ। ਸਭ ਕੁਝ ਬੰਦ ਹੋ ਗਿਆ, ਜ਼ਿੰਦਗੀ ਰੁਕ ਗਈ, ਮੌਤ ਚਾਲੂ ਹੋ ਗਈ। ਫਰਵਰੀ ਦੇ ਅੰਤ ਤੱਕ 1000 ਕੁ ਬੰਦਾ ਪ੍ਰਭਾਵਿਤ ਹੋਇਆ ਅਤੇ ਕੁਝ ਮੌਤਾਂ ਹੋ ਗਈਆਂ ਅਤੇ ਹੋਰਨਾਂ ਮੁਲਕਾਂ 'ਤੇ ਅਸਰ ਸ਼ੁਰੂ ਹੋ ਗਿਆ।